ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 132ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਪੈ ਮੇ ਰਚਿਓ ਸਭ ਸੰਸਾਰਾ, ਤਿਸ ਪਉ ਨਾਹੀ ਜਿਸ ਨਾਮ ਆਧਾਰਾ। ਪਉ ਨ ਵਿਆਪੇ ਤੇਰੀ ਸਰਨਾ, ਜੋ ਤੁਧ ਭਾਵੇ ਸੋਈ ਕਰਨਾ ਰਹਾਓ। ਸੋਗ ਹਰਖ ਮੇ ਆਵਣ ਜਾਣਾ, ਤਿਨ ਸੁਖ ਪਾਇਆ ਜੋ ਪ੍ਰਭ ਬਾਣਾ। ਅਗਨ ਸਾਗਰ ਮਹਾ ਵਿਆਪੇ ਮਾਇਆ, ਸੇ ਤਲ ਜਿਨ ਸਤਿਗੁਰ ਪਾਇਆ। ਰਾਖ ਲੈ ਪ੍ਰਭ ਰਾਖਣ ਹਾਰਾ, ਕਉ ਨਾਨਕ ਕਿਆ ਜੰਤ ਵਿਚਾਰਾ। ਅਗਨ ਸਾਗਰ ਮਹਾ ਵਿਆਪੇ ਮਾਇਆ, ਸੇ ਤਲ ਜਿਨ ਸਤਿਗੁਰ ਪਾਇਆ। ਰਾਖ ਲੈ ਪ੍ਰਭ ਰਾਖਣ ਹਾਰਾ, ਕਉ ਨਾਨਕ ਕਿਆ ਜੰਤ ਵਿਚਾਰਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹੇ ਪਰਮੇਸ਼ਰ, ਇਹ ਸਾਰਾ ਜਗਤ ਸੰਸਾਰ ਕਿਸੇ ਨਾ ਕਿਸੇ ਡਰ ਵਿੱਚ ਪਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਹਨ ਜੀ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਭੈ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਆਸਰਾ ਲੈ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਗੁਰਸ਼ਬਦ ਗੁਰਬਾਣੀ ਨਾਮ ਰੂਪ ਤੇਰੀ ਸਰਨ ਪਿਆ, ਕਿਸੇ ਪ੍ਰਕਾਰ ਦਾ ਕੋਈ ਡਰ ਭਉ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਗੁਰਮਤਿ ਦਾ ਆਸਰਾ ਲੈ ਕੇ ਗੁਰਮਤਿ ਅਪਣਾਇਆਂ ਦੇ ਸਰਨ ਵਿੱਚ ਆਏ ਹੋਏ ਗੁਰਮੁਖਾਂ ਨੇ ਉਹੀ ਕੁਝ ਕਰਨਾ ਹੈ ਜੀ ਜੋ ਤੈਨੂੰ ਚੰਗਾ ਲੱਗਦਾ ਹੈ ਜੀ। ਭਾਵ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਅਪਣਾਉਂਦੇ ਹਨ, ਉਸ ਦਾ ਆਸਰਾ ਲੈਂਦੇ ਹਨ, ਉਹਨਾਂ ਦੇ ਅੰਦਰੋਂ ਹਰ ਤਰ੍ਹਾਂ ਦਾ ਡਰ ਖਤਮ ਹੋ ਜਾਂਦਾ ਹੈ, ਕਿਉਂਕਿ ਉਹ ਸਮਝਦੇ ਹਨ ਇਹ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੁੱਖ ਦੁੱਖ, ਗਮੀ ਖੁਸ਼ੀ ਅਤੇ ਜੀਵਾਂ ਦਾ ਆਉਣਾ ਜਾਣਾ, ਭਾਵ ਜੰਮਣਾ ਮਰਨਾ, ਇਹ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੱਚਾ ਸੁੱਖ ਪ੍ਰਾਪਤ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਪਰਮੇਸ਼ਰ ਨੂੰ ਭਾ ਗਿਆ ਹੈ ਜੀ, ਚੰਗਾ ਲੱਗ ਗਿਆ ਹੈ ਜੀ। ਭਾਵ ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦਾ ਆਸਰਾ ਲਿਆ ਹੈ ਜੀ, ਫਿਰ ਜਿਨ੍ਹਾਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ, ਉਹਨਾਂ ਨੂੰ ਹੀ ਇਹ ਸਮਝ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਾਰਾ ਸੰਸਾਰ ਤ੍ਰਿਸ਼ਨਾ ਰੂਪੀ ਅੱਗ ਵਿੱਚ ਮਹਾ ਸਮੁੰਦਰ ਦੀ ਤਰ੍ਹਾਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਇਸ ਮੋਹਣੀ ਮਾਇਆ ਲਓ ਕਾਮ ਲੋਭ ਮੋਹ ਹੰਕਾਰ ਮਾਇਆਵੀ ਵਿਆਪਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਉਹ ਗੁਰਮੁਖ ਸਥਿਰ ਰਹਿੰਦੇ ਹਨ ਜੀ, ਜਿਨ੍ਹਾਂ ਗੁਰਮੁਖਾਂ ਨੇ
ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰ ਨੂੰ ਆਪਣੇ ਹਿਰਦੇ ਵਿੱਚ ਸਮਾ ਲਿਆ ਹੈ ਜੀ। ਭਾਵ ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਅੰਦਰ ਧਾਰ ਲਿਆ ਹੈ ਜੀ, ਵਸਾ ਲਿਆ ਹੈ ਜੀ, ਉਹ ਆਪਣੀਆਂ ਤ੍ਰਿਸ਼ਨਾਵਾਂ, ਆਪਣੇ ਵਿਕਾਰਾਂ ਤੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਕਾਬੂ ਪਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਜੀਵ ਵਿਚਾਰੇ ਕੀ ਹਨ ਜੀ। ਭਾਵ ਇਹਨਾਂ ਦੇ ਹੱਥ ਵਿੱਚ ਕੋਈ ਕਿਸੇ ਕਿਸਮ ਦੀ ਵੀ ਸ਼ਕਤੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੱਖਣ ਵਾਲਾ ਆਪ ਆਪਣੀ ਇੱਛਾ ਅਨੁਸਾਰ ਸਭਨਾਂ ਨੂੰ ਰੱਖਦਾ ਹੈ ਜੀ। ਭਾਵ ਉਹਨਾਂ ਗੁਰਮੁਖਾਂ ਨੂੰ ਰੱਖਦਾ ਹੈ ਜੀ ਜੋ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਹੀ ਸੁੱਖ ਦੁੱਖ, ਤ੍ਰਿਸ਼ਨਾਵਾਂ, ਹੰਕਾਰ, ਹਉਮੈ ਨਾਲ ਭਰਿਆ ਪਿਆ ਹੈ ਜੀ। ਉਸ ਦੀ ਅੱਗ ਚਾਰੇ ਪਾਸੇ ਲੱਗੀ ਹੋਈ ਹੈ ਜੀ। ਪਰ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੀ ਟੇਕ ਰੱਖਣ ਵਾਲੇ ਹਨ ਜੀ, ਉਹ ਇਹਨਾਂ ਤ੍ਰਿਸ਼ਨਾਵਾਂ ਤੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਉਹਨਾਂ ਨੂੰ ਕਾਬੂ ਵਿੱਚ ਪਾ ਲੈਂਦੇ ਹਨ ਜੀ। ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹ ਸੁੱਖ ਤੇ ਦੁੱਖ ਇੱਕ ਸਮਾਨ ਹੀ ਸਮਝਦੇ ਹਨ ਜੀ। ਭਾਵ ਉਹਨਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਇਹ ਸੋਝੀ ਹੋ ਜਾਂਦੀ ਹੈ ਜੀ ਕਿ ਇਹ ਵੀ ਇੱਕ ਜੀਵਨ ਦਾ ਹਿੱਸਾ ਹੈ ਜੀ। ਸੁੱਖ ਦੁੱਖ, ਜੰਮਣ ਮਰਨ, ਇਹ ਪ੍ਰੋਸੈਸ ਆਫ ਲਾਈਫ ਹੈ ਜੀ। ਤੇ ਉਸ ਪਰਮੇਸ਼ਰ ਦੇ ਹੁਕਮ ਵਿੱਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੋ ਸਿਧਾਂਤ ਇਹ ਹੈ ਜੀ ਕਿ ਜੰਤ ਵਿਚਾਰੇ ਦੇ ਹੱਥ ਵਿੱਚ ਕੋਈ ਸ਼ਕਤੀ ਨਹੀਂ ਹੈ ਜੀ ਜਿਸ ਨਾਲ ਕਿ ਇਹ ਆਪਣਾ ਬਚਾਅ ਕਰ ਸਕੇ। ਫਿਰ ਗੁਰੂ ਜੀ ਕਹਿੰਦੇ ਹਨ, ਕੇਵਲ ਤੇ ਕੇਵਲ ਪਰਮੇਸ਼ਰ ਆਪ ਹੀ ਸਮਰੱਥ ਹਨ ਜੀ, ਜਿਹੜੇ ਆਪਣੇ ਭਾਣੇ ਅਨੁਸਾਰ ਸਭਨਾਂ ਜੀਵਾਂ ਦੀ ਰੱਖਿਆ ਕਰਦਾ ਹੈ ਜੀ। ਇਹ ਸਿਰਜਣਹਾਰ ਪਰਮੇਸ਼ਰ ਦਾ ਬਣਾਇਆ ਹੋਇਆ ਸੰਸਾਰ ਹੈ ਜੀ, ਅਤੇ ਉਹ ਹੀ ਸਭਨਾਂ ਜੀਆਂ ਵਿੱਚ ਸਮਾਇਆ ਹੋਇਆ ਹੈ ਜੀ, ਤੇ ਉਹ ਹੀ ਉਹਨਾਂ ਦੀ ਰਕਸ਼ਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਸਿਦਕ ਤੇ ਨਿਸ਼ਚਾ ਹੁੰਦਾ ਹੈ ਜੀ, ਜਿਸ ਨਾਲ ਸਾਰੇ ਰੋਗ ਸੋਗ ਦੁੱਖ ਨੱਸ ਜਾਂਦੇ ਹਨ ਜੀ। ਭਾਵ ਸੁੱਖ ਦੁੱਖ ਵੀ ਇੱਕ ਜੀਵਨ ਦਾ ਹਿੱਸਾ ਹੈ, ਇਹ ਸਮਝ ਆਉਂਦੀ ਹੈ ਜੀ। ਫਿਰ ਇਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ 101 ਤੇ ਗੁਰੂ ਜੀ ਸਾਨੂੰ ਇਹਨਾਂ ਪੰਕਤੀਆਂ ਵਿੱਚ ਦੱਸਦੇ ਹਨ ਜੀ, ਜਿਸਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰ ਪਛਾਤਾ, ਸੋ ਕਾਹੇ ਕਿਉ ਡਰਦਾ ਜੀਓ। ਜਿਸਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰ ਪਛਾਤਾ, ਸੋ ਕਾਹੇ ਕਿਉ ਡਰਦਾ ਜੀਓ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।